सतनाम करता पुरख निर्भव निर्वैर अकाल मूर्त अजूनी सैभं गुरु प्रसाद। ज्ञान ध्यान किछ कर्म ना जाना, नाहिन निर्मल करनी। साध संगत के अंचल लाव, बिकम नदी जाए तरनी। सतनाम वाहेगुरु साहिब जियो। श्लोक महला दूजा। जिन्हीं चलन जानिया, से क्यों करें विथार। चलन सार ना जाननी, काज सवारण हार। जिन्हीं चलन जानिया, से क्यों करें विथार। चलन सार ना जाननी, काज सवारण हार। महला दूजा। रात कारण तन संचिय, भलके चलन होए। नानक नाल न चलई, फिर पछुतावा होए। महला दूजा। बद्धा चटी जो भरे, ना गुण ना उपकार। सेती खुशी सवारी हैं, नानक कारज सार। महला दूजा। मन हट तरफ ना जिपही, जे बहुता काले। तरफ जिने सत भाव दे, जन नानक शब्द विचारे। पौड़ी। करतै कारण जिन किया, सो जाने सोई। आपे सृष्ट उपायन, आपे फुन गोई। जुग चारे सब भव थकी, किन कीमत होई। सतगुर एक दिख विखालिया, मन तन सुख होई। गुरमुख सदा सलाहिया, करता करे सो होई। सतगुर एक विखालिया, मन तन सुख होई। गुरमुख सदा सलाहिया, करता करे सो होई। वाहिगुरु जी का खालसा, वाहिगुरु जी की फतेह। जुगो जुगो अटल तन तन गुरु ग्रंथ साहिब जी, गुरु पातशाह जी दी अपार बख्शिश। शाम समय ਅਸੀਂ सत्संगत ਦੇ पल ਮਾਣ ਰਹੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆ ਵਿੱਚ सूही की वार, महल तीजे की मुराद गुरु अमरदास पातशाह द्वारा उच्चारण की गई पावन वार रचना सानू प्राप्त है। आप जी ने इस पावन बाणी विचों 7 नंबर पौड़ी ते नाल लगदे श्लोक सरवण कीते ने। बीते कल असी
ਤਕਰੀਰ ਪ੍ਰਾਰੰਭ ਕੀਤੀ ਸੀ, ਜਿਸ ਵਿੱਚ ਬਹੁਤ ਜਿਹੜਾ ਪਹਿਲਾ ਆ ਬੁਨਿਆਦੀ ਤੌਰ 'ਤੇ ਬਾਤ ਕਰਦਿਆਂ ਹੋਇਆਂ ਪਹਿਲੇ ਸ਼ਲੋਕ ਨੂੰ ਅਸੀਂ ਵਿਚਾਰ ਰਹੇ ਸੀਗੇ। ਬਾਕੀ ਸਾਰੇ ਸ਼ਲੋਕ ਬਿਲਕੁਲ ਇਸੇ ਲੜੀ ਵਿੱਚ ਆ ਰਹੇ ਨੇ। ਅੱਜ ਆਪਾਂ ਯਤਨ ਕਰਾਂਗੇ ਸਮੁੱਚੇ ਪੈਕੇਜ ਨੂੰ ਜੋ ਉਹਦੇ ਭਾਵ ਸਹਿਤ ਸਮਝ ਸਕੀਏ। ਜੋ ਸਭ ਜ਼ਿਕਰ ਕਰ ਰਹੇ ਨੇ ਗੁਰੂ ਅੰਗਦ ਮਹਾਰਾਜ ਇਹਨਾਂ ਸ਼ਲੋਕਾਂ ਦੇ ਵਿੱਚ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਇਹ ਸੰਸਾਰ ਜਿਹਦੇ 'ਚ ਸਾਡਾ ਜੀਵਨ ਵਾਪਰ ਰਿਹਾ ਹੈ, ਇਹਦੇ ਲਈ ਇਹ ਹੈ ਕਿ ਇੱਥੇ ਰਹਿਣਾ ਹੈ, ਇੱਥੇ ਜੀਣਾ ਹੈ, ਪਰ ਅਲਟੀਮੇਟਲੀ ਇੱਥੋਂ ਇਹਨਾਂ ਤੱਤਾਂ ਵਿੱਚ ਵਿਲੈ ਪ੍ਰਾਪਤ ਕਰਕੇ ਸਾਨੂੰ ਐਜ਼ ਏ ਰੂਹ ਕਹਿ ਲਓ, ਐਜ਼ ਏ ਕੌਨਸ਼ੀਅਸ ਕਹਿ ਲਓ, ਜੋ ਜੀਵਨ ਫਿਟਨੈਸ ਕਰਦੀ ਹੈ, ਉਸ ਨੂੰ ਵਿਦਾ ਵੀ ਕਰ ਦੇਣਾ। ਸੋ ਇੱਕ ਚੱਲਣ ਦਾ ਪਸਾਰ ਵੀ ਇਹਦੇ ਨਾਲ ਜੁੜਿਆ ਹੈ। ਅਲਟੀਮੇਟਲੀ ਇਹਦਾ ਬਰਥਿਆ ਇੱਕ ਦਿਨ, ਇਹਦਾ ਐਕਸਪਾਇਰਡ ਹੋਣਾ ਵੀ ਲਾਜ਼ਮੀ ਹੈ। ਇਹਦਾ ਉਭਾਰਿਆ ਇੱਕ ਦਿਨ, ਇਹਦਾ ਇੱਕ ਦਿਨ ਉਠਾ ਵੀ ਲਾਜ਼ਮੀ ਹੈ। ਇਹਦਾ ਜਨਮ ਹੈ ਇੱਕ ਤਰ੍ਹਾਂ ਦੇ ਕਹਿ ਲਓ ਕਿ ਇਹਦਾ ਨਿਕਾਸ ਹੈ, ਇੱਕ ਦਿਨ ਵਿਨਾਸ਼ ਵੀ ਲਾਜ਼ਮੀ ਹੈ। ਉਹਦੇ ਦਰਮਿਆਨ ਦਾ ਸਫ਼ਰ ਜਿਹੜਾ ਆ ਜਨਮ ਤੋਂ ਮਰਨ ਦੇ ਵਿੱਚ, ਉਹ ਰਹਿਣਾ ਹੈ। ਉਹ ਜੀਵਨ ਦਾ ਅਸਲ ਘਟਤ ਹੋਣਾ, ਅਸਲ ਵਾਪਰਨਾ ਹੈ। ਉਹਦੇ ਅੰਦਰ ਸਾਨੂੰ ਖਾਣ ਪਾਣ, ਰਹਿਣ ਸਹਿਣ, ਸਭ ਤਰ੍ਹਾਂ ਦੀ ਰਿਸੋਰਸਿਸ, ਸਭ ਚੀਜ਼ਾਂ ਚਾਹੀਦੀਆਂ ਨੇ। ਮਗਰ ਬੰਦਾ ਜਦੋਂ ਜੀਵਨ ਦਾ ਅਲਟੀਮੇਟ ਗੋਲ, ਮਤਲਬ ਕਹਿ ਲਓ ਕਿ ਅੰਤਮ ਮਕਸਦ ਹੀ ਮਾਇਆਵੀ ਪਸਾਰੇ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਉਹਦੀ ਹੀ ਪ੍ਰਾਪਤੀ ਸਮਝ ਲੈਂਦਾ ਹੈ, ਫਿਰ ਉਸ ਨੂੰ ਬਹੁਤ ਦੁੱਖ ਹੁੰਦਾ ਆ। ਇਹ ਕੱਲਾ ਵਿਥਾਰ ਵਿੱਚ ਜੁੜ ਜਾਣਾ, ਭਾਵ ਜਸਟ ਜਿਹੜਾ ਕਲਟਰ ਆ ਉਹਦੇ ਮਗਰ ਹੀ ਭਜਦੇ ਰਹਿਣਾ, ਉਹਦੇ ਮਗਰ ਹੀ ਭਜਦੇ ਰਹਿਣਾ। ਫਿਰ ਮੈਂ ਬੇਨਤੀ ਕਰਾਂ, ਬੀਤੇ ਕੱਲ ਬੜੀ ਡਿਟੇਲਡ ਬਾਤ ਹੋਈ ਵੈਸੇ, ਕਿ ਇੱਕ ਦਵੰਦ ਹੈ, ਡੁਐਲਿਟੀ ਹੈ ਬੰਦੇ ਦੇ ਵਿੱਚ। ਇੱਕ ਪਾਸੇ ਸੰਸਾਰ ਜੋੜਨਾ ਵੀ ਹੈ, ਚਲਾਉਣਾ ਵੀ ਹੈ, ਦੂਜੇ ਪਾਸੇ ਛੱਡਣਾ ਵੀ ਹੈ। ਇਹਦੀ ਐਗਜ਼ਾਮਪਲ ਬੜੀ ਖੂਬਸੂਰਤ ਸਾਡੇ ਲਿਟਰੇਚਰ 'ਚ ਕਈ ਵਾਰੀ ਮਿਲਦੀ ਹੈ। ਇਹਨੂੰ ਮਾਡਰਨ ਪਰਸਪੈਕਟਿਵ ਵਿੱਚ ਪਾ ਕੇ ਜੇ ਸਮਝਣਾ ਹੋਏ, ਸਪੋਜ਼ ਸਾਡਾ ਸ਼ਹਿਰ ਟੋਰਾਂਟੋ ਹੈ ਅਤੇ ਟੋਰਾਂਟੋ ਤੋਂ ਕਿਸੇ ਨੇ ਮੌਂਟਰੀਆਲ ਜਾਣਾ ਹੈ ਵਾਇਆ ਟ੍ਰੇਨ, ਔਰ ਬਸ ਯੂ ਕੈਨ ਸੇ। ਹੁਣ ਕੀ ਹੈ ਕਿ ਉਹਦੇ 'ਚ ਉਸ ਟ੍ਰੇਨ ਜਾਂ ਉਸ ਬੱਸ ਦੇ ਵਿੱਚ ਕੁਝ ਦੋਸਤਾਂ ਨੇ ਇਕੱਠਿਆਂ ਨੇ ਜਾਣਾ ਹੈ, ਅਤੇ ਉਹ ਦੋਸਤ ਸਾਰੇ ਉਹਦੇ ਚੜ੍ਹਨ ਵਾਸਤੇ ਆ ਗਏ। ਇੱਕ ਦੋਸਤ ਹੈ ਉਹ ਸਟੇਸ਼ਨ ਤੱਕ ਆ ਗਿਆ ਹੈ, ਜਦੋਂ ਗੱਡੀ ਚੱਲਣ ਲੱਗੀ ਹੈ, ਜਸਟ ਵੈਨ ਦ ਟ੍ਰੇਨ ਇਜ਼ ਲੀਵਿੰਗ ਦ ਸਟੇਸ਼ਨ, ਐਵਰੀਵਨ ਇਜ਼ ਟਰਾਈਂਗ ਟੂ ਕਮ ਇਨਸਾਈਡ ਦ ਟ੍ਰੇਨ, ਕਮ ਇਨਸਾਈਡ ਦ ਕੋਚਸ। ਉਹ ਸਾਰੇ ਭੱਜ ਕੇ ਚੜ੍ਹ ਰਹੇ ਨੇ। ਜਦੋਂ ਦੌੜ ਕੇ ਚੜ੍ਹ ਰਹੇ ਨੇ ਤਾਂ ਜਿਹੜਾ ਦੋਸਤ ਆ ਉਹਨਾਂ ਦੇ ਨਾਲ ਆਇਆ, ਉਹ ਸਟੇਸ਼ਨ 'ਤੇ ਖੜਾ। ਉਹ ਕਹਿੰਦੇ ਉਹਨੂੰ, ਚੱਲ ਯੂ ਨੋ ਯੂ ਹੈਵ ਟੂ ਰਨ ਐਂਡ ਕਮ ਇਨਸਾਈਡ। ਉਹ ਕਹਿੰਦਾ ਨੋ। ਕਹਿੰਦਾ ਕਿਉਂ? ਕਮਾਲ ਹੋ ਗਈ, ਤੂੰ ਨਾਲ ਆਇਆ, ਸਾਡੇ ਨਾਲ ਜਾਣਾ, ਚੱਲ ਹੁਣ ਵਿੱਚ ਵਾੜੇ ਦੇ ਟ੍ਰੇਨ ਦੇ। ਉਹ ਕਹਿੰਦੇ ਨਹੀਂ, ਮੈਂ ਨਹੀਂ ਵਿੱਚ ਪੈਣਾ ਇਹਦੇ। ਕਿਉਂ? ਕਹਿੰਦੇ ਉਹਦਾ ਕਾਰਨ ਇਹ ਹੈ ਕਿਉਂਕਿ ਤੁਸੀਂ ਮੈਨੂੰ ਤੰਗ ਕਰੋਗੇ। ਪਹਿਲਾਂ ਕਹੋਗੇ ਇਹਦੇ ਵਿੱਚ ਬੈਠ, ਫਿਰ ਅੱਗੇ ਜਾ ਕੇ ਇਹਦੇ ਵਿੱਚੋਂ ਉਤਰ। ਆਪਾਂ ਨਾ ਇਹਦੇ ਵਿੱਚ ਬੈਠਦੇ ਹਾਂ ਨਾ ਉਤਰਦੇ ਹਾਂ, ਆਪਾਂ ਸਟੇਸ਼ਨ 'ਤੇ ਠੀਕ ਆ। ਭਈ ਗੱਲ ਤਾਂ ਠੀਕ ਹੈ। ਦੇਰ ਆਰ ਪੀਪਲ ਹੂ ਆਰ ਪ੍ਰੀਚਿੰਗ, ਹੂ ਆਰ following that let's renounce this world। ਇਹਦੇ 'ਚ ਆਪਣੇ ਆਪ ਨੂੰ ਮਨੋਵਰ ਹੀ ਕਿਉਂ ਕਰਨਾ, ਇਨਵੋਲਵ ਹੀ ਕਿਉਂ ਕਰਨਾ ਇਹਦੇ ਵਿੱਚ? ਲੰਮੇ ਰਹੋ। ਜਦੋਂ ਤੁਸੀਂ ਇਨਵੋਲਵ ਹੋਵੋਗੇ ਫਿਰ ਮੁਸ਼ਕਿਲ ਬਣੇਗੀ। ਫਿਰ ਇਹਦੇ 'ਚ ਲੋਭ ਵੀ ਹੈ, ਫਿਰ ਇਹਦੇ 'ਚ ਮੋਹ ਵੀ ਹੈ, ਫਿਰ ਇਹਦੇ 'ਚ ਆਪ 'ਚ ਲਗਾਤਾਰ ਪ੍ਰਾਪਤੀਆਂ ਹੁੰਦੀਆਂ ਨੇ, ਹੰਕਾਰ ਵੀ ਹੈ। ਇਹਦੇ ਵਿੱਚੋਂ ਹੀ ਫਿਰ ਅਗਾਂਹ ਕਾਮਨਾਵਾਂ, ਵਾਸ਼ਨਾਵਾਂ, ਈਰਖਾ, ਦਵੈਖ, ਤ੍ਰਿਸ਼ਨਾ ਸਭ ਜਨਮ ਲਈ ਜਾਂਦਾ ਆ। ਕਿਉਂ ਨਾ ਇਸ ਵੇਲ ਨੂੰ ਜੜੋਂ ਕੱਟ ਦਿੱਤਾ ਜਾਏ। ਵੀ ਡੋਂਟ ਵਾਂਟ ਟੂ ਗੋ ਟੂਵਰਡ ਦੈਟ ਸਾਈਡ। ਹੁਣ ਜੋ ਸੱਜਣ ਨੇ ਬਾਤ ਕਹੀ, ਉਹ ਕਹਿੰਦਾ ਕਿ ਗੱਲ ਇਹ ਹੈ ਕਿ ਆਪਾਂ ਨਾ ਟ੍ਰੇਨ 'ਤੇ ਚੜ੍ਹਦੇ ਹਾਂ ਨਾ ਉਤਰਦੇ ਹਾਂ, ਸਟੇਸ਼ਨ 'ਤੇ ਖੜ੍ਹੇ ਹਾਂ, ਬਸ ਆਪਣਾ ਕੰਮ ਨਿਬੜਿਆ।
फिर ਉਹਦਾ ਦੋਸਤ ਨੂੰ ਜਵਾਬ ਦਿੰਦਾ ਵੀ ਸੱਜਣਾ ਗੱਲ ਠੀਕ ਹੈ ਤੇਰੀ, ਇਸ ਮੁਸ਼ੱਕਤ ਤੋਂ ਤੇ ਬਚ ਜਾਏਗਾ ਤੂੰ ਕਿ ਨਾ ਚੜ੍ਹਨਾ ਪਏਗਾ ਨਾ ਉਤਰਨਾ ਪਏਗਾ, ਪਰ ਇੱਕ ਮੁਸ਼ਕਲ ਇਹ ਹੈ ਯੂ ਗੋਨਾ ਸਟੇ ਇਨ ਟੋਰਾਂਟੋ, ਯੂ ਵਿਲ ਨਾਟ ਬੀ ਏਬਲ ਟੂ ਗੋ ਇਨ ਮੌਂਟਰੀਅਲ, ਕਿਉਂਕਿ ਉਹਦੇ ਲਈ ਤੇ ਇੱਕ ਜਰਨੀ ਹੈ ਜਿਹਦੇ 'ਚ ਇੱਕ ਟ੍ਰੇਨ ਫੜਨੀ ਵੀ ਪੈਣੀ ਹੈ, ਵਕਤ ਪਾ ਕੇ ਉਹ ਛੱਡਣੀ ਵੀ ਪੈਣੀ ਹੈ। ਇਹ ਸੰਸਾਰ ਜਿਹੜਾ ਹੈ ਨਾ, ਇੱਥੇ ਕਮਾਈ ਕਰਨੀ ਪੈਣੀ ਹੈ, ਅਤੇ ਕਮਾਈ ਹਰ ਤਰ੍ਹਾਂ ਦੀ ਹੈ। ਸਾਨੂੰ ਲੱਗਦਾ ਕਮਾਉਣਾ ਸਿਰਫ ਰੋਕੜ ਹੁੰਦਾ ਹੈ। ਬੰਦਾ ਇਸ ਐਨਰਜੀ ਨੂੰ ਚੈਨਲਾਈਜ਼ ਕਰਦਾ ਹੈ, ਸਾਰੀ ਐਨਰਜੀ ਐਕਚੁਅਲ ਲੈਵਲ 'ਤੇ ਕਿਤੇ ਤਾਂ ਇਨਵੈਸਟ ਕਰੋਗੇ ਨਾ ਇਸ ਨੂੰ। ਮਾਫੀ ਚਾਹਾਂਗਾ, ਅੱਜ ਦੀ ਬਦਲਦੀ ਦੁਨੀਆ 'ਚ ਬਹੁਤ ਕੁਛ ਐਸਾ ਜਿਹੜਾ ਅਸੀਂ ਵੱਖਰੇ ਤਰੀਕੇ ਨਾਲ ਵੇਖਦੇ ਹਾਂ। ਜਿਵੇਂ ਲੋਕ ਯੋਗਾ ਵਗੈਰਾ ਬਹੁਤ ਕਰਦੇ ਨੇ ਅੱਜ ਕੱਲ੍ਹ, ਤਾਂ ਬੜਾ ਟਰੈਂਡ ਹੈ, ਜਾਂ ਜਿਮ ਕਲਚਰ ਦਾ ਟਰੈਂਡ ਕਹਿ ਲਓ, ਪਿਛਲੇ 30 35 40 ਸਾਲਾਂ ਦੇ ਚੁੱਭ ਰਿਹਾ, ਅਤੇ ਅੱਗੇ ਹੋਰ ਵਧੇਗਾ, ਕਿਉਂਕਿ ਜਿਹੜੇ ਮੋਸਟਲੀ ਕੰਮਕਾਰ ਨੇ ਉਹ ਮਸਲਸ ਐਕਟੀਵਿਟੀ ਘੱਟ ਗਈਆਂ ਨੇ, ਮਸ਼ੀਨਾਂ ਦੇ ਉੱਤੇ ਅਸੀਂ ਰਿਲਾਈ ਕਰ ਰਹੇ ਹਾਂ ਜ਼ਿਆਦਾ। ਤਾਂ ਉਹਦੇ 'ਚ ਹੋਇਆ ਇਹ ਕਿ ਜਿਹੜਾ ਜਿਵੇਂ ਯੋਗਾ ਆ, ਇਹਦੀ ਡੈਫੀਨੇਸ਼ਨ ਕਿਸੇ ਨੇ ਬੜੀ ਜਿਹਨੂੰ ਕਹਿ ਰਹੇ ਬੜੀ ਟਿਕਲਿਸ਼ ਵੇ ਨਾਲ ਦਿੱਤੀ, ਬੜੀ ਮਜ਼ਾਕੀਆ ਅੰਦਾਜ਼ ਦੇ ਵਿੱਚ। ਉਹ ਕਹਿੰਦੇ ਵਾਟ ਡਜ਼ ਯੋਗਾ ਮੀਨ? ਕਹਿੰਦੇ ਯੋਗਾ ਮੀਨ ਵੈਨ ਸਮਨ ਇਜ਼ ਬਰਨਿੰਗ ਕੈਲਰੀਜ਼ ਔਰ ਸਮਨ ਇਜ਼ ਪੁਟਿੰਗ ਹਿਜ਼ ਐਫਰਟ, ਐਨਰਜੀ, ਐਵਰੀਥਿੰਗ without producing anything, zero production and 100% actually energy investment, that is yoga। ਮਤਲਬ ਇੱਕ ਇਹੋ ਜਿਹੀ ਕਿਰਿਆ ਜਿਹਦੇ 'ਚ ਕੁਝ ਬੰਦਾ ਕੰਟਰੀਬਿਊਟ ਨਹੀਂ ਕਰ ਰਿਹਾ, ਪਰ ਹਾਂ ਐਕਸਰਸਾਈਜ਼ ਕਰ ਰਿਹਾ। ਭਾਈ ਜਿਹੜੀ ਕੰਟਰੀਬਿਊਸ਼ਨ ਆ ਉਹ ਕੀ ਹੈ? ਜਦੋਂ ਜੀਵਨ ਵਿੱਚ ਜੀਨੇ ਆ ਅਸੀਂ ਕੰਟਰੀਬਿਊਟ ਕਰਦੇ ਹਾਂ, ਅਤੇ ਮਦਰ ਨੇਚਰ ਦੇ ਬਣੇ ਹੋਏ ਲਾ ਦੇ, ਜਿਹਨੂੰ ਅਸੀਂ ਈਕੋ ਸਿਸਟਮ ਕਹਿੰਦੇ ਹਾਂ, ਇਹਦੇ 'ਚ ਹਰ ਇੱਕ ਜ਼ਰਰੇ ਨੇ ਆਪਣਾ ਕੰਟਰੀਬਿਊਸ਼ਨ ਪਾਉਣਾ ਆ। ਅਕਸਰ ਗੱਲ ਹੋਈ, ਅੱਜ ਫਿਰ ਬਾਤ ਥੋੜ੍ਹੀ ਜਿਹੀ ਉਹਦੇ 'ਚ ਬਾਤ ਕਰ ਦਿੰਦਾ ਵਾਂ। ਜਿਵੇਂ ਸਪੋਜ਼ ਕਰੋ ਸਮਰ ਆ ਰਹੀ ਹੈ, ਵਾਟ ਇਜ਼ ਦਾ ਐਕਚੁਅਲੀ ਯੂ ਕੈਨ ਸੇ ਫਸਟ ਐਕਸਪ੍ਰੈਸ਼ਨ ਇਨ ਸਮਰ? ਸਮਰ ਦਾ ਪਹਿਲਾ ਐਕਸਪ੍ਰੈਸ਼ਨ ਕੀ ਹੁੰਦਾ ਆ? ਤੁਹਾਨੂੰ ਥੋੜ੍ਹੀ ਥੋੜ੍ਹੀ ਮੱਛਰ ਵਰਗੀ, ਮੈਸਕੀਟੋ ਵਰਗੀਆਂ ਚੀਜ਼ਾਂ ਜਿਹੜੀਆਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮੱਛਰੀ ਛੋਟੀ ਛੋਟੀ ਭੁੰਡੀ ਜਿਹੀ ਉੱਡਣੀ ਆਲੇ ਦੁਆਲੇ। ਇਹ ਕੀ ਹੈ? ਬੰਦਾ ਕਹਿੰਦਾ ਸਮਰ ਕਾਹਦੀ ਆ? ਇਹ ਸਿਆਪਾ ਆ ਗਿਆ, ਮੱਛਰ ਤੁਰਿਆ ਫਿਰਦਾ ਸਿਰ ਦੇ ਆਲੇ ਦੁਆਲੇ, ਹੱਥ ਮਾਰਦੇ ਹਾਂ ਅਸੀਂ, ਮੱਖੀਆਂ, ਹੋਰ ਥੋੜ੍ਹੀ ਥੋੜ੍ਹੀ ਇਨਸੈਕਟਸ ਇਸ ਕਿਸਮ ਦੇ ਨਾਲ ਅੱਗੇ ਅੱਗੇ ਵੱਧਦੇ ਜਾਂਦੇ ਨੇ। ਹੁਣ ਇਹ ਬਾਤ ਬੰਦਾ ਕਹੇਗਾ ਵੀ ਕਹਿੰਦੇ ਨੇ ਰੱਬ ਨੇ ਦੁਨੀਆ ਬਣਾਈ ਹੈ, ਕੈਸੀ ਦੁਨੀਆ ਬਣਾਈ ਹੈ, ਮੱਛਰ ਦੀ ਕੀ ਲੋੜ ਹੈ ਇੱਥੇ? ਚਲੋ ਮੱਛਰ ਦੀ ਤਾਂ ਗੱਲ ਛੱਡੋ, ਜਿਨ੍ਹਾਂ ਇਲਾਕਿਆਂ 'ਚ ਸੱਪ ਹੁੰਦੇ ਨੇ, ਜਿਨ੍ਹਾਂ ਇਲਾਕਿਆਂ 'ਚ ਬਿੱਛੂ ਹੁੰਦੇ ਨੇ, ਜਿਨ੍ਹਾਂ ਇਲਾਕਿਆਂ 'ਚ ਚੂਹੇ ਹੁੰਦੇ ਨੇ, ਕੀ ਲੋੜ ਸੀ ਇਹਨਾਂ ਦੀ? ਜੇ ਰੱਬ ਇੰਨਾ ਸਿਆਣਾ ਇਹ ਸਭ ਤਰੀਕੇ ਨਾਲ ਬਣਾਇਆ ਉਸਨੇ, ਫਿਰ ਕੋਈ ਵਧੀਆ ਚੀਜ਼ਾਂ ਬਣਾਉਂਦਾ ਕਾਹਦੇ ਲਈ ਬਣਾਉਣਾ ਸੀਗਾ? ਹੁਣ ਐਕਚੁਅਲ ਲੈਵਲ 'ਤੇ ਦੇਖਿਆ ਜਾਏ ਤਾਂ ਇਹ ਈਕੋ ਸਿਸਟਮ ਹੈ ਸਾਰੇ ਦਾ ਸਾਰਾ। ਇਸ ਈਕੋ ਸਿਸਟਮ ਦੇ ਵਿੱਚ ਹਰ ਇੱਕ ਚੀਜ਼ ਆਪਣਾ ਕੰਟਰੀਬਿਊਸ਼ਨ ਪਾਉਂਦੀ ਹੈ, ਹਰ ਚੀਜ਼ ਆਪਣਾ ਰੋਲ ਪਲੇ ਕਰਦੀ ਹੈ। ਸਭ ਤੋਂ ਥੋੜ੍ਹੀ ਐਨਰਜੀ, ਥੋੜ੍ਹੇ ਜਿਹੇ ਪ੍ਰੋਟੀਨ ਨੂੰ ਪੋਕਟ ਕਰਕੇ ਇੱਕ ਜਗ੍ਹਾ 'ਤੇ ਮਦਰ ਨੇਚਰ ਜਿਸ ਚੀਜ਼ ਨੂੰ ਆਟੋਵੇ ਨਾਲ ਜਨਰੇਟ ਕਰਦੀ, ਉਹ ਮੱਛਰ ਹੈ, ਮੱਖੀਆਂ ਨੇ। ਇਹਨਾਂ ਤੋਂ ਇਹ ਇੱਕ ਲਾਈਫ ਦਾ ਜਿਹੜਾ ਵੱਡਾ ਸਾਈਕਲ ਆ, ਐਕਚੁਅਲੀ ਦੀ ਬਿਗਨਿੰਗ ਹੈ। ਇਸ ਤੋਂ ਬਾਅਦ ਫਿਰ ਅੱਗੇ ਅੱਗੇ ਇਹਨਾਂ ਨੂੰ ਖਾ ਕੇ, ਇਸ ਚੀਜ਼ ਨੂੰ ਹਜਮ ਕਰਕੇ ਅਗਲਾ ਜਿਹੜੀ ਹੈਗੀ ਲਾਈਫ ਸਾਈਕਲ ਚੱਲਦਾ ਹੈ, ਫਿਰ ਨੈਕਸਟ, ਫਿਰ ਨੈਕਸਟ, ਫਿਰ ਨੈਕਸਟ, ਫਿਰ ਨੈਕਸਟ, ਇਸ ਤਰੀਕੇ ਨਾਲ ਚੱਲਦਾ ਹੈ। ਜਿਵੇਂ ਜਿਵੇਂ ਮਦਰ ਨੇਚਰ ਨੇ ਸਭ ਨੂੰ ਰੋਲ ਦਿੱਤਾ, ਉਹ ਆਪਾਂ ਆਪਣਾ ਰੋਲ ਪਲੇ ਕਰ ਰਹੇ ਨੇ। ਉਹ ਸਾਰਾ, ਉਹ ਭਾਵੇਂ ਬਗ ਲਾਈਫ ਹੈ, ਸੈਕਟ ਲਾਈਫ ਹੈ, ਕੋਈ ਵੀ ਕਿਸੇ ਕਿਸਮ ਦੀ ਜਿਹੜੀ ਇਨਸੈਕਟ ਵਗੈਰਾ ਸਭ ਚੀਜ਼ਾਂ, ਇਹਦੇ ਵਿੱਚ ਹੀ ਹਿਊਮਨ ਦੀ ਬਾਤ ਆਉਂਦੀ ਹੈ। ਹਿਊਮਨ ਨੂੰ ਵੀ ਕੁਦਰਤ ਨੇ ਰੋਲ ਦਿੱਤਾ, ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰ। ਜਿੱਥੇ ਹਿਊਮਨ ਬੀਇੰਗ ਕਹੇ ਕਿ ਨੋ ਆਈ ਡੋਂਟ ਵਾਂਟ ਟੂ ਕੰਟਰੀਬਿਊਟ, ਮੀਨ ਆਈ ਐਮ ਰਿਨਾਊਂਸਿੰਗ ਦਿਸ ਵਰਲਡ, ਮੀਨ ਗਿਵਿੰਗ ਅਪ, ਮੈਂ ਹੁਣ ਇਹ 'ਚ ਕੰਟਰੀਬਿਊਟ ਨਹੀਂ ਕਰਨਾ। ਤੋ ਕੰਟਰੀਬਿਊਟ ਮਲਟੀਪਲ ਲੈਵਲ ਦਾ ਆ। ਪਹਿਲੇ ਲੈਵਲ 'ਤੇ ਇਹ ਹੈ ਜੋ ਅਕਲਬੂਤ ਮਿਲਿਆ, ਇਹਦੀ ਸਾਂਭ ਸੰਭਾਲ ਕਰਨੀ। ਆਪ ਦੇਖਦੇ ਹੋ ਬੱਚੇ ਨੂੰ ਮਾਵਾਂ ਪਾਲਦੀਆਂ, ਪਰਿਵਾਰ ਪਾਲਦਾ, ਇੱਕ ਸਰਟਨ ਲੈਵਲ 'ਤੇ ਲਿਆਉਂਦੇ, ਫਿਰ ਉਹਨੂੰ ਕਹਿੰਦੇ ਕਿ ਇਹ ਹੁਣ ਨਾ ਸੈਲਫ ਡਿਪੈਂਡੈਂਟ ਹੋਣਾ ਚਾਹੀਦਾ ਹੈ, ਇਹਨੂੰ ਖਾਣਾ ਆਪ ਆਉਣਾ ਚਾਹੀਦਾ, ਪਾਣਾ ਆਪ ਆਉਣਾ ਚਾਹੀਦਾ ਹੈ, ਤੁਰਨਾ ਫਿਰਨਾ, ਭੱਜਣਾ ਨੱਠਣਾ, ਇਹ ਆਪਣੀ ਚੰਗੇ ਮਾੜੇ ਦਾ ਆਪ ਜ਼ਿੰਮੇਵਾਰ ਬਣ ਸਕੇ। ਮੈਚੋਰਿਟੀ ਹੈ ਵਿਚ ਵੀ ਕਾਲਡ।
ਇਹ ਕਮਾਈ ਹੈ, ਇਹ ਅਰਨ ਕਰਨਾ ਆ, ਇਹ ਆਪਣੇ ਆਪ ਨਹੀਂ ਆ ਜਾਏਗੀ। ਇਹਦੇ ਲਈ ਤੁਹਾਨੂੰ ਇਸ એનર્ਜੀ ਨੂੰ ਲਗਾਤਾਰ ਉਸ ਤਰੀਕੇ ਨਾਲ, ਸਾਡਾ ਤੇ ਐਜ਼ ਏ ਕਮਿਊਨਿਟੀ ਨਾਮ ਹੀ ਸਿੱਖ ਹੈ, ਸਿੱਖਣਾ, ਲਰਨਰ। ਇਹੋ ਜਿਹੇ ਰਿਸੋਰਸਿਸ ਸੀਕ ਕਰੋਗੇ, ਲੱਭੋਗੇ ਜਿਹਦੇ ਤੋਂ ਚੰਗਾ ਬਿਹੇਵੀਅਰ ਲਰਨ ਕਰ ਸਕੋ। ਇਹ ਇਨਸਾਨੀਅਤ ਹੈ, ਇਹ ਕਮਾਉਣਾ ਆ। ਨਰੋਲ ਪੈਸਾ ਕਮਾਉਣਾ ਨਹੀਂਗਾ। ਜਿਵੇਂ ਇਹਨਾਂ ਮੁਲਕਾਂ 'ਚ ਅਸੀਂ ਆਏ, ਮਾਫੀ ਮੰਗਾਂਗਾ ਮੈਂ, ਪਰ ਜੇ ਮੋਸਟਲੀ ਸਾਡਾ ਐਮਫੇਸਾਈਜ਼ ਜਿਹੜਾ ਆ ਉਹ ਸਿਰਫ ਮਨੀ ਜਨਰੇਟ ਕਰਨ 'ਤੇ ਹੈ, ਸਰਮਾਇਆ ਇਕੱਠਾ ਕਰਨ 'ਤੇ ਹੈ, ਤੇ ਫਿਰ ਜਿਹੜੇ ਬੱਚੇ ਸਾਡੇ ਗੈਂਗਸਟਰਸ ਬਣ ਰਹੇ ਨੇ, ਡਰੱਗ ਟ੍ਰੈਫਿਕਿੰਗ ਵਿੱਚ ਲੱਗ ਰਹੇ ਨੇ, ਵੈਪਨ ਹੈਂਡਲਿੰਗ ਜਾਂ ਵੈਪਨ ਟ੍ਰੈਫਿਕਿੰਗ ਵਿੱਚ ਜਾ ਰਹੇ ਨੇ ਸਾਰੇ ਰੂਪ ਦੇ ਵਿੱਚ, ਤੇ ਰਾਈਟ, ਕਿਉਂਕਿ ਐਂਡ ਗੋਲ ਤੇ ਉਹਨਾਂ ਦਾ ਹੀ ਮਨੀ ਬਣਾਉਣਾ ਆ। ਉਹਦੇ 'ਚ ਸੋਚ ਇਹ ਰੱਖੀ ਹੈ ਕਿ ਇੱਕ ਸਰਟਨ ਅਮਾਊਂਟ ਕਮਾਉਣ ਵਾਸਤੇ 20, 25, 30, 35 ਸਾਲ ਲੱਗਣਗੇ, ਤੇ ਇਹਦੇ ਮੁਕਾਬਲਤਨ ਲੈਟਸ ਟੇਕ ਰਿਸਕ, ਗੈਂਬਲਿੰਗ ਕਰ ਲੈਂਦੇ ਆ। ਹੁਣ ਗੈਂਬਲਿੰਗ ਕਰਕੇ ਕੀ ਕਰਦੇ ਆ ਕਿ ਆਪਾਂ ਕੁਛ ਡਰੱਗ ਨੂੰ ਉਹਦੇ ਕੋਰੀਅਰ ਬਣ ਜਾਂਦੇ ਆ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਆਉਂਦੇ ਆ। ਇਹਦੇ ਇਵਜ ਵਿੱਚ ਇੱਕ ਵੱਡਾ ਅਮਾਊਂਟ ਮਿਲੇਗਾ ਸਾਨੂੰ, ਠੀਕ ਹੈ ਭਾਈ। ਜੇ ਕਾਮਯਾਬ ਹੋ ਗਏ, ਅਮਾਊਂਟ ਸਾਡੇ ਕੋਲ ਆ। ਜੇ ਫੇਲ ਹੋ ਗਏ then definitely there are some consequences. I will go through with that. Otherwise ਵੀ ਤੇ ਵੈਸੇ ਕਿਹੜਾ ਏਡੀ ਜ਼ਿੰਦਗੀ ਵਧੀਆ ਆ, ਵੈਸੇ ਕਿਹੜਾ ਇੰਨਾ ਸਭ ਕੁਝ ਮਿਲ ਗਿਆ ਆ। ਐਕਚੁਅਲੀ ਜ਼ਿੰਦਗੀ ਜੀਣੀ ਹੈ ਤੇ ਉਸ ਲਗਜ਼ਰੀਅਸ ਲੈਵਲ ਦੀ ਜੀਣੀ ਹੈ, ਤੇ ਉਹਦੇ ਲਈ ਆਹ ਟਰੈਕ ਵਧੀਆ ਲੱਗਦਾ ਮੈਨੂੰ। ਇਹ ਕੀ ਹੈ ਬਾਤ ਅਸਲ ਵਿੱਚ? ਇੱਥੇ ਇਹ ਹੈ ਜਿਨ੍ਹਾਂ ਨੇ ਕਮਾਈ ਦਾ ਮਤਲਬ ਹੀ ਰੋਕੜ ਕਮਾਉਣਾ ਰੱਖ ਲਿਆ। ਇਹ ਸੋਚ ਦਾ ਦਾਇਰਾ, ਹਾਲਾਂਕਿ ਅਸੀਂ ਬਾਣੀ ਪੜ੍ਹਦੇ ਹਾਂ ਤੇ ਬਾਣੀ ਸਾਨੂੰ ਸਮਝਾਉਂਦੀ ਏ, ਚੇਤੇ ਰੱਖੀ ਇਹ ਜਿਹੜੀ ਹੈ ਨਾ, ਜਿਹਨੂੰ ਅਸੀਂ ਮਾਇਆ ਕਹਿੰਦੇ ਆ, ਸਾਹਿਬ ਬਿਆਨ ਕਰਦੇ ਮਾਇਆ ਦਾ ਪਸਾਰਾ ਸਮਝ ਤੋਂ, ਮਤਲਬ ਰੋਕੜ ਕੱਲਾ ਮਾਇਆ ਨਹੀਂ ਗਾ, ਇਹਦੇ 'ਚ ਬਿਰਤੀ ਹੈ ਜਿਹੜੀ ਜਿਹੜਾ ਤੇਰਾ ਸਟੇਟ ਆਫ ਮਾਈਂਡ ਹੈ, ਇਹਨੂੰ ਐਡਰੈਸ ਕਰ। ਕਿਤੇ ਐਸਾ ਨਾ ਹੋਏ ਕਿ ਤੂੰ ਉਸ ਬਿਰਤੀ ਦੇ ਪਿੱਛੇ ਲੱਗ ਜਾਏ ਜਿਹੜੀ ਬਿਰਤੀ ਦੇ ਵਿੱਚੋਂ ਅਲਟੀਮੇਟਲੀ ਤੈਨੂੰ ਕੁਝ ਵੀ ਨਹੀਂ ਮਿਲਣਾ। ਜੇ ਸਪੋਜ਼ ਕਰੋ ਜੇ ਬੰਦਾ ਇਹਦੇ 'ਚ ਵਿਨਰ ਵੀ ਹੋ ਗਿਆ, ਬੰਦੇ ਨੇ ਕਿਹਾ ਕੁਝ ਮਾਇਆ ਇਕੱਠੀ ਕਰ ਲਈ, ਕੁਝ ਡਰੱਗਸ ਵੇਚ ਕੇ, ਕੁਝ ਜਿਹਨੂੰ ਕਹਿ ਲਓ ਕਿ ਐਂਟੀ ਸੋਸ਼ਲ ਐਕਟੀਵਿਟੀਜ਼ ਵਿੱਚ ਪਾਰਟੀਸਪੇਸ਼ਨ ਪਾ ਕੇ, ਇਲੀਗਲ ਐਕਟੀਵਿਟੀਜ਼ ਵਿੱਚ ਪਾਰਟੀਸਪੇਸ਼ਨ ਪਾ ਕੇ, ਅਨਹਿਊਮਨ ਐਕਟ ਨੂੰ ਕਿਸੇ ਤਰੀਕੇ ਦੇ ਨਾਲ ਕਰਕੇ, ਤੇ ਉਸ ਸਾਰੇ ਦੇ ਵਿੱਚੋਂ ਜੀਵਨ ਦੇ ਲੌਂਗ ਰਨ ਦੇ ਵਿੱਚ ਬੰਦਾ ਖੱਟੇਗਾ ਵੀ ਕੀ? ਕੌਨਸ਼ੀਅਸ ਜਿਹੜੀ ਹੈ ਲੇਟਰ ਔਰ ਸੂਨਰ ਉਹਨੇ ਆਵਾਜ਼ ਦੇਣੀ ਹੈ। ਇਕੱਲਾ ਇਹ ਨਹੀਂ, ਉਹ ਕਰਮਾਇਆ ਹੋਇਆ ਸਰਮਾਇਆ ਅੱਗੇ ਲਗਾਉਣਾ ਕਿੱਥੇ ਹੈ, ਉਹਦੀ ਕਿਸ ਕਿਸਮ ਦੀ ਬੰਦਾ ਉਹਦੇ ਵਿੱਚ ਆਊਟਪੁੱਟ ਲੱਭ ਰਿਹਾ ਹੈ। ਇਸੇ ਕਰਕੇ ਸਭ ਚੀਜ਼ਾਂ ਬਾਰੇ ਕਿਹਾ ਜਾਂਦਾ ਕਿ ਭਾਈ ਤੇਰਾ ਸਿਰਫ ਐਂਡ ਗੋਲ ਹੀ ਬੈਟਰ ਨਹੀਂ ਹੋਣਾ ਚਾਹੀਦਾ, ਬਲਕਿ ਉਸ ਤੱਕ ਪਹੁੰਚਣ ਦਾ ਰਾਹ ਵੀ ਜਿਹੜਾ ਉਹ ਵੀ ਠੀਕ ਹੋਣਾ ਚਾਹੀਦਾ। ਕਮਾਈ ਸਾਰੇ ਕਾਸੇ ਦੇ ਚਾਹੁੰਦੀ ਹੈ। ਹੁਣ ਸਰਲ ਭਾਵ ਵਿੱਚ ਲੈ ਲਈਏ ਕਿ ਇਕੱਲਾ ਵਿਥਾਰ ਆਲੇ ਦੁਆਲੇ ਦਾ ਕਲਟਰ ਇਕੱਠਾ ਕਰਨਾ ਇਹ ਤੇਰਾ ਮਕਸਦ ਨਹੀਂ ਜੀਵਨ ਦਾ। ਜੀਵਨ ਦਾ ਮਕਸਦ ਹੈ ਇਹਨੂੰ ਚੰਗੇ ਢੰਗ ਨਾਲ ਜੀਣਾ, ਸੰਭਾਲਣਾ। ਇਹਨੂੰ ਸਰਲ ਭਾਵ ਵਿੱਚ ਕਹਾਂ, ਜੋ ਲੋਕ ਲਾਈਫ ਨੂੰ ਵੈਲਿਊ ਕਰਦੇ ਨੇ ਉਹ ਲੋਕ ਐਜੂਕੇਸ਼ਨ ਨੂੰ ਵੈਲਿਊ ਕਰਦੇ ਨੇ। ਉਹ ਲੋਕ ਜਿਹੜੇ ਮੈਨਰਸ ਨੇ, ਜਿਹੜੀਆਂ ਵੈਲਿਊਜ਼ ਨੇ ਲਾਈਫ ਦੀਆਂ, ਉਹਨਾਂ ਦੀ ਇੰਪੋਰਟੈਂਸ ਸਮਝਦੇ ਨੇ। ਉਹ ਲੋਕ ਰਿਲੇਸ਼ਨਸ਼ਿਪ ਨੂੰ ਵੈਲਿਊ ਕਰਦੇ ਨੇ। ਉਹ ਲੋਕ ਅਲਟੀਮੇਟਲੀ ਇਸ ਧਰਤੀ ਦੇ ਉੱਤੇ ਪਾਏ ਜਾ ਰਹੇ ਹਰ ਇੱਕ ਫੁੱਟਪ੍ਰਿੰਟ ਨੂੰ ਉਹਨੂੰ ਪ੍ਰੋਪਰਲੀ ਮੋਨੀਟਰ ਕਰਦੇ ਨੇ, ਪ੍ਰੋਪਰਲੀ ਦੇਖਦੇ ਨੇ ਕਿ ਮੈਂ ਕੰਟਰੀਬਿਊਟ ਕੀ ਕਰ ਰਿਹਾ ਇੱਥੇ। ਇਹ ਰੂਪ ਹੈ। ਗੁਰੂ ਬਾਬਾ ਜੀ ਕਹਿੰਦੇ ਜਿਹਨੂੰ ਚੱਲਣਾ ਯਾਦ ਰਹੇਗਾ, ਜਿਹਨੂੰ ਪਤਾ ਹੋਏਗਾ ਕਿ ਕੁਝ ਸਮੇਂ ਲਈ ਇੱਥੇ ਆਇਆ ਵਾਂ, ਕੁਝ ਪੈੜਾਂ ਪਾਉਣੀਆਂ ਨੇ ਤੇ ਵਿਦਾ ਹੋ ਜਾਣਾ ਹੈ। ਜੇ ਉਹਨਾਂ ਪੈੜਾਂ ਵੱਲ ਪਿੱਛੇ ਮੁੜ ਕੇ ਦੇਖਣਾ ਪਏ ਤੇ ਕੋਈ ਅੰਦਰ ਅਫਸੋਸ ਨਾ ਹੋਏ, ਗਮ ਨਾ ਹੋਏ, ਝੋਰਾ ਨਾ ਹੋਏ। ਇਸ ਕਰਕੇ ਹੁਣੇ ਹੀ ਇਕੱਲੇ ਵਿਥਾਰ ਵਿੱਚ ਨਾ ਲੱਗਾ ਰਹਾਂ, ਨਾ ਸੰਸਾਰ ਨੂੰ ਰਿਨਾਊਂਸ ਕਰਾਂ, ਨਾ ਟੋਟਲੀ ਆਪਣੀ એનર્ਜੀ 'ਚ ਇਨਵੋਲਵ ਕਰ ਲਵਾਂ, ਬਲਕਿ ਇੱਕ ਬੈਲੈਂਸ ਅਪਰੋਚ ਵਿੱਚ ਚਲਾ ਜਾਵਾਂ। ਗੁਰੂ ਅੰਗਦ ਸਾਹਿਬ ਕਹਿੰਦੇ ਇਹਦਾ ਮੈਸੇਜ ਤੈਨੂੰ ਸਮਝ ਆ ਜਾਏ। ਆਹ ਬਚਨ ਪੜ੍ਹਦੇ ਆ, ਭਾਈ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ
ਜਿਨ੍ਹਾਂ ਨੇ ਇਹਦੀ ਇਸ ਗੱਲ ਦੀ ਸਾਰ ਨਹੀਂ ਲਈ, people who are totally not aware toward these teachings, people who are ignoring these kind of messages, then definitely ਭਈ ਉਹ ਜੀਵਨ ਦਾ ਕਾਰਜ ਅਸਲ ਵਿੱਚ ਸਵਾਰ ਨਹੀਂ ਪਾਉਣਗੇ। ਪੋਸੀਬਿਲਿਟੀ ਤੇ ਹੈ, ਅਸੀਂ ਧਰਤੀ ਤੇ ਆਏ ਹਾਂ, ਇਸ ਐਨਰਜੀ ਨੂੰ ਅਸੀਂ ਇਸ ਤਰੀਕੇ ਨਾਲ ਇੱਥੇ ਜੀਵੀਏ, ਇਸ ਤਰੀਕੇ ਨਾਲ ਇਹਨੂੰ ਕੰਟਰੀਬਿਊਟ ਕਰੀਏ ਕਿ ਅਲਟੀਮੇਟਲੀ ਜਦੋਂ ਵਿਦਾ ਹੋਈਏ ਇੱਕ ਅੰਦਰ ਸੈਟਿਸਫੈਕਸ਼ਨ ਹੋਏ, ਜਿਹਨੂੰ ਅਸੀਂ ਕਹਿੰਦੇ ਹਾਂ ਟ੍ਰੈਜ਼ਰ ਆਫ ਕੰਟੈਂਟਮੈਂਟ, ਸੰਤੋਖ ਦਾ ਖਜ਼ਾਨਾ ਬੰਦਾ ਆਪਣੀ ਰੂਹ 'ਚ ਉਹ ਪਾ ਕੇ ਲੈ ਜਾਏ। ਪਰ ਬਾਬਾ ਜੀ ਬਿਆਨ ਕਰਦੇ ਕਿ ਕਾਜ ਤੇ ਸਵਰ ਸਕਦਾ ਸੀ, ਪਰ ਕਾਜ ਸਵਾਰਨ ਹਾਰ ਇਸ ਬੰਦੇ ਨੇ ਜਿਹੜਾ ਕਾਜ ਸਵਾਰ ਸਕਦਾ ਸੀ ਆਪਣਾ, ਇਹਨੇ ਸਮਝਿਆ ਹੀ ਨਹੀਂ, ਚੱਲਣ ਸਾਰ ਨਾ ਜਾਣੀ, ਇਹਨੇ ਇਸ ਚੀਜ਼ ਦੀ ਸਾਰ ਹੀ ਨਾ ਲਈ, ਇਸ ਚੀਜ਼ ਨੂੰ ਆਪਣੇ ਮੱਥੇ 'ਚ ਪੈਣ ਹੀ ਨਹੀਂ ਦਿੱਤਾ। ਅਗਲਾ ਬਚਨ ਲਿਖਿਆ ਮਹਾਰਾਜ ਨੇ, ਮਹੱਲਾ ਦੂਜਾ, ਰਾਤ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ। ਇਸ ਤਰ੍ਹਾਂ ਕਹਿ ਲਓ ਕਿ ਇੱਕ ਰਾਤ ਕਿਸੇ ਨੇ ਕਿਤੇ ਠਹਿਰਨਾ ਹੈ, ਤੋ ਰਾਤ ਉੱਥੇ ਆਰਾਮ ਵੀ ਕਰ ਸਕਦਾ ਹੈ, ਸੋ ਵੀ ਸਕਦਾ ਹੈ, ਗੱਲਾਂ ਬਾਤਾਂ ਵੀ ਕਰ ਸਕਦਾ ਹੈ, ਜਾਂ ਉਹ ਰਾਤ ਕੁਝ ਉੱਥੇ ਚੀਜ਼ਾਂ ਇਕੱਠੀਆਂ ਕਰਨ ਤੇ ਵੀ ਲੱਗਾ ਰਹਿ ਸਕਦਾ ਹੈ। ਉਹ ਵਿਚਾਰਾ ਇਕੱਠੀਆਂ ਕਰਨ ਤੇ ਲੱਗਾ ਰਹੇ ਚੀਜ਼ਾਂ, ਦਿਨ ਚੜੇ ਉਹਨੂੰ ਕਹਿੰਦੇ ਵੀ ਓਕੇ ਦਿਸ ਇਜ਼ ਦ ਟਾਈਮ ਟੂ ਗੋ, ਉਹ ਕਹਿੰਦਾ ਮੈਂ ਸਮਾਨ ਲਿਜਾਣਾ ਸਾਰਾ, ਕਹਿੰਦਾ ਨੋ ਸਮਾਨ ਨਹੀਂ ਲਿਜਾ ਸਕਦਾ ਤੂੰ, ਲੀਵ ਇਟ ਐਵਰੀਥਿੰਗ ਹੇਅਰ, ਕੁਛ ਵੀ ਨਾਲ ਨਹੀਂ ਜਾਏਗਾ। ਜਿਵੇਂ ਸਪੋਜ਼ ਅੱਜ ਕੱਲ੍ਹ ਡਿਊ ਟੂ ਗਲੋਬਲ ਵਾਰਮਿੰਗ ਵੀ ਕੈਨ ਸੀ ਦੇਰ ਸੋ ਮੈਨੀ ਜੰਗਲ ਫਾਇਰਸ ਆਰ ਹੈਪਨਿੰਗ ਵੱਡੇ ਲੈਵਲ 'ਤੇ। ਤੁਸੀਂ ਦੇਖਦੇ ਹੋ ਫੋਰੈਸਟ ਜਿਹੜੀ ਹੈ ਉਹ ਫਾਇਰ ਹੋ ਰਹੀ ਹੈ, ਬਰਨਿੰਗ ਹੋ ਰਹੀ ਹੈ, ਆਲਰੇਡੀ ਸਸਕੈਚੁਅਨ ਸ਼ੁਰੂ ਹੋ ਚੁੱਕੀ ਹੈ, ਲਾਸ ਐਂਜਲਸ ਦੀਆਂ ਨਿਊਜ਼ ਆ ਰਹੀਆਂ ਨੇ, ਉੱਥੇ ਵੱਡੇ ਲੈਵਲ 'ਤੇ ਵਾਪਰ ਰਹੀ ਹੈ। ਹੁਣ ਉੱਥੇ ਘਰ ਬਣੇ ਨੇ, ਲੋਕੀ ਪੁਸ਼ਤਾਂ ਤੋਂ ਰਹਿ ਰਹੇ ਨੇ, ਵੱਡੇ ਵੱਡੀਆਂ ਮੈਂਸ਼ਨਸ ਬਣੀਆਂ ਨੇ, ਸਾਜੋ ਸਮਾਨ ਇਕੱਠਾ ਕੀਤਾ ਤੇ ਬੰਦਾ ਸੋਚਦਾ ਸਭ ਕੁਝ ਐਵੇਂ ਹੀ ਚੱਲੇਗਾ। ਕੁਝ ਕੁਦਰਤ ਦੇ ਰੂਲ ਇਸ ਤਰ੍ਹਾਂ ਦੇ ਜਿਹੜੇ ਬਹੁਤ ਕੁਝ ਸਮਝਾ ਦਿੰਦੇ ਸਾਨੂੰ। ਤੇ ਇੱਕ ਦਿਨ ਕੀ ਹੁੰਦਾ ਕਿ ਅੱਗ ਲੱਗ ਜਾਂਦੀ ਹੈ, ਬੰਦਾ ਕਹਿੰਦਾ ਹੈ ਮੈਂ ਆਪਣੇ ਪਿਕਅਪ ਤੇ, ਆਪਣੇ ਪਿਕਅਪ ਟਰੱਕ ਤੇ, ਆਪਣੇ ਕਾਰ ਤੇ ਕਿੰਨਾ ਕੁ ਸਮਾਨ ਲੱਦਾਂਗਾ, ਲੱਦ ਨਹੀਂ ਸਕਦਾ 2 4 10 ਚੀਜ਼ਾਂ 15 ਤੋਂ ਵੱਧ, ਹੋਰ ਕੋਈ ਮੇਰੇ ਕੋਲ ਹੈ ਨਹੀਂ ਰਿਸੋਰਸਿਸ, ਹੁਣ ਕੀ ਕੀਤਾ ਜਾਏ? ਓਕੇ ਮੈਂ ਫਿਰ ਇੱਥੇ ਹੀ ਅੱਗ ਬੁਝਾਉਣ ਦੀ ਟਰਾਈ ਕਰਦਾ ਹਾਂ, ਚਲੋ ਠੀਕ ਹੈ, ਲੱਗਾ ਰਹਿੰਦਾ। ਅਲਟੀਮੇਟਲੀ ਹੋਰ ਵੱਧ ਜਾਂਦੀ ਹੈ, ਹੋਰ ਵੱਧ, ਇੱਕ ਲੈਵਲ ਐਸਾ ਹੁੰਦਾ ਹੈ ਕਿ ਫਿਰ ਅਥਾਰਟੀਜ਼ ਆ ਜਾਂਦੀਆਂ ਨੇ ਹੈਲੀਕਾਪਟਰ ਰਾਹੀਂ ਜਾਂ ਚੌਪਰ ਲੈ ਕੇ, ਉਹ ਕਹਿੰਦੇ ਨੇ ਓਕੇ ਯੂ ਹੈਵ ਟੂ ਕਮ, ਵੀ ਆਰ ਹੇਅਰ ਟੂ ਰੈਸਕਿਊ ਯੂ। ਉਹ ਕਹਿੰਦੇ ਨਹੀਂ ਮੇਰਾ ਸਮਾਨ ਵੀ ਹੈ ਕੋਈ, ਇਹ ਉਹ ਕਹਿੰਦੇ ਨੋ ਵੀ ਆਰ ਹੇਅਰ ਓਨਲੀ ਟੂ ਰੈਸਕਿਊ ਯੂ, ਐਕਚੁਅਲੀ ਯੂਰ ਲਾਈਫ ਇਜ਼ ਮੋਰ ਇੰਪੋਰਟੈਂਟ ਦੈਨ ਐਨੀਥਿੰਗ ਐਲਸ, ਲੈਟਸ ਗੋ। ਫਿਰ ਬੰਦਾ ਸੋਚਦਾ ਸਾਰਾ ਸਮਾਨ ਜਿਹੜਾ ਆ, ਚਲੋ ਤੇ ਇਸ ਤਰ੍ਹਾਂ ਦੀ ਐਗਜ਼ਾਮਪਲ ਹੈ ਜਿਹਦੇ 'ਚ ਲਾਈਫ ਨੂੰ ਅਸੀਂ ਉਸ ਤਰੀਕੇ ਨਾਲ ਵੈਲਿਊ ਸਮਝਦੇ ਹਾਂ। ਪਰ ਆਪ ਅਹਿਸਾਸ ਕਰੋ ਜਦੋਂ ਬੰਦੇ ਨੇ ਪਰਮਾਨੈਂਟ ਅੱਖਾਂ ਬੰਦ ਕਰਕੇ ਵਿਦਾ ਹੋਣਾ ਆ, ਫਿਰ ਵੀ ਤਾਂ ਸਭ ਕੁਝ ਪਿਆ ਹੀ ਰਹਿ ਜਾਣਾ ਇੱਥੇ। ਗੁਰੂ ਬਾਬਾ ਜੀ ਇੱਥੇ ਬਿਆਨ ਕਰਦੇ, ਰਾਤ ਕਾਰਨ ਤਨ ਸੰਚੀਐ, ਰਹਿਣਾ ਤੇ ਇੱਕ ਰਾਤ ਹੈ ਨਾ। ਇਹਨੂੰ ਸਭ ਨੇ ਕਿਹਾ ਛਾੜ ਵਿਡਾਨੀ ਤਾਤ ਮੋੜੇ, ਯਹਾਂ ਬਸਨਾ ਰਾਤ ਮੋੜੇ, ਇੱਕ ਰਾਤ ਦਾ ਮੁਸਾਫਰ ਹੈ ਤੂੰ, ਤੇ ਵਿਡਾਨੀ ਤਾਤ ਨਹੀਂ ਚੁੱਕੀ ਫਿਰਦਾ ਆ। ਇੰਨੀ ਈਰਖਾ ਦਵੈਹ ਕਰਦਾ ਆਲੇ ਦੁਆਲੇ, ਤੇ ਇਤਨਾ ਸਾੜਾ ਕਰਦਾ, ਇਤਨਾ ਆਲੇ ਦੁਆਲੇ ਮਤਲਬ ਲੋਕਾਂ ਨੂੰ ਵੇਖਦਾ ਆ ਪਦਾਰਥ ਤੇ ਇੱਕ ਭੁੱਖ ਅੰਦਰ ਵਧੀ ਜਾਂਦੀ ਹੈ, ਤੇ ਉਹਨਾਂ ਦੇ ਰੇਸ 'ਚ ਲੱਗਾ ਪਿਆ, ਭੱਜਾ ਪਿਆ, ਅਜੀਬ ਹਾਲਤ ਹੈ ਬੰਦੇ ਦੀ। ਬਾਬਾ ਜੀ ਬਿਆਨ ਕਰਦੇ, ਉਹ ਭਲੇ ਮਨੁੱਖ ਜੀਣਾ ਸਿੱਖ, ਰਾਤ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ। ਤੇ ਅਲਟੀਮੇਟਲੀ ਕੁਝ ਵੀ ਨਾਲ ਨਹੀਂ ਜਾਣਾ, ਫਿਰ ਪਛਤਾਵਾ ਹੋਏ, ਤੇ ਫਿਰ ਬੰਦੇ ਨੂੰ ਪਛਤਾਵਾ ਹੁੰਦਾ ਆ। ਸਿੱਖੀ ਸੰਕਲਪ ਦੇ ਵਿੱਚ ਜਾਂ ਅਸੀਂ ਗੁਰਬਾਣੀ ਦੇ ਬਹੁਤ ਡੀਪ ਲੈਵਲ 'ਤੇ ਜਦੋਂ ਮੈਸੇਜ ਨੂੰ ਅੰਡਰਸਟੈਂਡ ਕਰਦੇ ਹਾਂ, ਗੁਰਬਾਣੀ ਸਾਨੂੰ ਹੈਵਨ ਹੈਲ ਜਾਂ ਸਵਰਗ ਨਰਕ ਜਿਹਨੂੰ ਕਹਿ ਲਓ ਕਿ ਜੋ ਬਹਿਸ਼ਤ ਤੇ ਦੋਜ਼ਖ ਜੋ ਹੈ, ਜਹੰਨਮ, ਇਹਨਾਂ ਤੋਂ ਬਾਹਰ ਕੱਢ ਦਿੰਦੀ ਹੈ। ਗੁਰਮਤਿ ਕਹਿੰਦੀ ਹੈ ਕਿ ਇਹਨਾਂ ਚੀਜ਼ਾਂ ਦੇ ਚੱਕਰ 'ਚ ਨਾ ਪੈ, ਧਰਤੀ ਦੇ ਉੱਤੇ ਜਿਹੜਾ ਜੀਵਨ ਮਿਲਿਆ ਇਹਦੀ ਸੰਭਾਲ ਕਰ, ਇਸ ਨੂੰ ਤੂੰ ਜਿਹੜਾ ਇਹਦੇ 'ਤੇ ਐਮਫਸਾਈਜ਼ ਕਰ। ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤਰ ਆਦ। ਬਾਬਾ ਕਬੀਰ ਜੋ ਕਹਿੰਦੇ ਆਪਾਂ ਸੁਰਗ ਨਰਕ ਦੋਨੋਂ ਹੀ ਛੱਡ ਦਿੱਤੇ, ਆਪਾਂ ਨਾ ਉਹਦਾ ਲਾਲਚ, ਨਾ ਡਾਰੇ ਚੀਜ਼ਾਂ ਨਾ ਰਹੀਆਂ। ਪਰ ਇੱਕ ਐਗਜ਼ਾਮਪਲ ਦੇ ਤੌਰ 'ਤੇ ਬਾਤ ਕਰ ਰਿਹਾ ਵਾਂ
ਜਿਹੜੇ ਸੈਮੈਟਿਕ ਰਿਲੀਜਨਸ ਹੈਗੇ ਨੇ ਇਹਨਾਂ ਦੇ ਵਿੱਚ ਅਕਸਰ ਇਹਦੀ ਬਾਤ ਹੁੰਦੀ ਹੈ ਬਹਿਸ਼ਤ ਅਤੇ ਜਹੰਨਮ ਦੀ। ਉਹਦੇ 'ਚ ਜਿਹੜੀ ਡਿਸਕ੍ਰਿਪਸ਼ਨ ਦਿੱਤੀ ਗਈ ਹੈ ਓਲਡ ਟੈਸਟਾਮੈਂਟ ਤੋਂ ਲੈ ਲਓ ਤੁਸੀਂ, ਤੋਰੇਬ ਤੋਂ ਲੈ ਲਓ ਤੁਸੀਂ, ਪੁਰਾਣੇ ਤੋਂ ਪੁਰਾਣੇ ਇਹਨਾਂ ਦੇ ਸੋਰਸ ਤੋਂ ਲੈ ਲਓ, ਉਹ 'ਚ ਬਿਆਨ ਕੀਤਾ ਜਾਂਦਾ ਕਿ ਜਿਹੜੀ ਬਹਿਸ਼ਤ ਹੈ ਜਿਹਨੂੰ ਅਸੀਂ ਪੈਰਾਡਾਈਜ਼ ਜਾਂ ਹੈਵਨ ਕਹਿੰਦੇ ਹਾਂ, ਉੱਥੇ ਜਿਹੜੇ ਦਰਖਤ ਨੇ, ਟਰੀਜ਼ ਨੇ, ਉਹ ਲੱਕੜ ਦੇ ਨਹੀਂ ਹੈਗੇ, ਉਹ ਸੋਨੇ ਚਾਂਦੀ ਦੀਆਂ ਧਾਤਾਂ ਦੇ ਨੇ। ਉੱਥੇ ਜਿਹੜੀਆਂ ਰਿਵਰਸ ਨੇ, ਦਰਿਆ ਨੇ, ਉਹ ਇਕੱਲੇ ਪਾਣੀ ਦੇ ਨਹੀਂ ਹੈਗੇ, ਪਾਣੀ ਦੇ ਵੀ ਹੈਗੇ ਨੇ, ਮਿੱਠੇ ਚਸ਼ਮੇ ਉਸ ਰੂਪ ਵਿੱਚ ਚੱਲਦੇ ਨੇ, ਸ਼ਰਬਤ ਦੇ ਨੇ, ਸ਼ਰਾਬ ਦੇ ਨੇ, ਮਤਲਬ ਇਸ ਕਿਸਮ ਦੀ ਬਾਤ ਕੀਤੀ ਜਾਂਦੀ ਉਹਦੇ ਅੰਦਰ। ਠੀਕ ਹੈ ਜੀ। ਹੁਣ ਉੱਥੇ ਸੋਨਾ, ਚਾਂਦੀ, ਹੀਰੇ, ਜਵਾਹਰਾਤ ਦੇ ਦਰਖਤ ਦੇ ਇਸ ਕਿਸਮ ਦੇ ਨਮੂਨੇ ਪੇਸ਼ ਕੀਤੇ ਗਏ। ਉਹਦੇ ਅੰਦਰ ਇੱਕ ਲਿਖਾਰੀ ਨੇ ਬੜੇ ਖੂਬਸੂਰਤ ਤਰੀਕੇ ਨਾਲ, ਰਸ਼ੀਅਨ ਲਿਖਾਰੀ ਔਰ ਕਹਾਣੀ ਨੁਮਾ ਬਾਤ ਲਿਖਦਾ ਹੈ। ਉਹ ਕਹਿੰਦਾ ਕਿ ਇੱਕ ਬੰਦਾ ਬੜਾ ਬਲੀਵਰ ਆ ਇਸ ਸੈਮੈਟਿਕ ਰਿਲੀਜੀਅਸ ਥਾਟਸ ਦੇ ਨਾਲ। ਹੋਇਆ ਕਿ ਉਹਦਾ ਜਾਣ ਦਾ ਵਕਤ ਆ ਗਿਆ। ਜਦੋਂ ਵਕਤ ਆ ਗਿਆ ਅਤੇ ਉਹ ਸਾਰੀ ਉਮਰ ਬੜੀ ਉਹਨੇ ਇਨਕਮ ਇਕੱਠੀ ਕੀਤੀ, ਬੜਾ ਪੈਸਾ, ਬੜਾ ਇਸ ਤਰੀਕੇ ਨਾਲ ਸਭ ਚੀਜ਼ਾਂ। ਫਰਿਸ਼ਤੇ ਉਹਨੂੰ ਲੈਣ ਲਈ ਆਏ ਅਤੇ ਉਹ ਫਰਿਸ਼ਤਿਆਂ ਨੂੰ ਕਹਿੰਦਾ ਕਿ ਗੱਲ ਇਹ ਹੈ ਕਿ ਮੈਂ ਬੜਾ ਚੰਗਾ ਬੰਦਾ, ਮੈਂ ਰਿਲੀਜੀਅਸ ਬਿਲੀਵਸ ਨੂੰ ਪ੍ਰੋਪਰਲੀ ਫੋਲੋ ਕੀਤਾ ਸਭ ਚੀਜ਼ਾਂ, ਅਤੇ ਮੈਂ ਅਮੀਰ ਵੀ ਬਹੁਤ ਹਾਂ, ਇੱਥੇ ਸਾਰੀ ਉਮਰ ਬੜਾ ਸਰਮਾਇਆ ਦੌਲਤ ਵੀ ਇਕੱਠੀ ਕੀਤੀ ਹੈ, ਅਤੇ ਹੁਣ ਆਪਾਂ ਨੂੰ ਇਹ ਹੈ ਕਿ ਕੁਛ ਤਾਂ ਮੈਨੂੰ ਐਕਸੈਪਸ਼ਨਲ ਟਰੀਟਮੈਂਟ ਮਿਲਣਾ ਚਾਹੀਦਾ ਨਾ, ਕੁਛ ਤਾਂ ਮੈਨੂੰ ਤੁਸੀਂ ਗ੍ਰੇਸ ਕਰੋ, ਕੋਈ ਚੀਜ਼ਾਂ ਤਾਂ ਮੈਨੂੰ ਜਿਹੜਾ ਹੈਗਾ ਅਲਾਓ ਕਰੋ ਐਕਸਟਰਾ ਲੋਕਾਂ ਨਾਲੋਂ। ਉਹ ਕਹਿੰਦਾ ਕੀ ਚਾਹੀਦਾ ਹੈ? ਉਹ ਕਹਿੰਦਾ ਗੱਲ ਇਹ ਵੀ ਜੇ ਕੁਝ ਸਮਾਨ ਮੈਂ ਇੱਥੋਂ ਆਪਣਾ ਨਾਲ ਲਿਜਾ ਸਕਾਂ। ਉਹ ਕਹਿੰਦੇ ਠੀਕ ਹੈ, ਤੈਨੂੰ ਅਲਾਓ ਕਰਦੇ ਹਾਂ, ਜਸਟ 2 ਸੂਟਕੇਸਿਸ, ਨੋਟ ਮੋਰ ਦੈਨ ਦੈਟ। ਉਹ ਕਹਿੰਦਾ ਠੀਕ ਹੈ। ਉਹਨੇ 2 ਸੂਟਕੇਸ ਜਿਹੜੇ ਸੀਗੇ ਟੈਚੀ ਉਹ ਚੱਕੇ, ਉਹਦੇ 'ਚ ਸਾਰੇ ਸੋਨੇ ਦੇ ਬਿਸਕੁਟ ਵਗੈਰਾ ਭਰ ਲਏ ਐਂਡ ਚੰਗੀ ਤਰ੍ਹਾਂ ਉਹ ਬਾਰਸ ਭਰ ਕੇ ਰੱਖ ਲਈਆਂ। ਉਹ ਜਦੋਂ ਰੱਖ ਰਿਹਾ ਸਭ ਕੁਛ, ਅਤੇ ਉਹ ਫਰਿਸ਼ਤੇ ਦੋਵੇਂ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਨੂੰ ਕਿਹਾ ਵੀ ਤੈਨੂੰ ਅਸੀਂ 2 ਸੂਟਕੇਸ ਅਲਾਓ ਕਰਦੇ ਹਾਂ, ਪਰ ਇਹ ਕਿੱਡਾ ਪਾਗਲ ਆ, ਇਹ ਸਾਰੇ ਦਾ ਸਾਰਾ ਟਰੀ ਸਟਫ ਕਿਉਂ ਇਕੱਠਾ ਕਰ ਰਿਹਾ? ਉਹ ਸੁਣਦਾ ਉਹਨਾਂ ਦੀ ਗੱਲ, ਕਹਿੰਦੇ ਟਰੀ ਸਟਫ? ਕਹਿੰਦਾ ਹਾਂ, ਵੀ ਉੱਥੇ ਤੇ ਜਾ ਕੇ ਸਾਰਾ ਬਹੁਤ ਐਵੇਂ ਤੁਰਿਆ ਫਿਰਦਾ, ਬੇਜਹਾਂ ਲੱਕੜਾਂ ਨੇ ਸਾਰੀਆਂ ਇੱਥੇ ਉੱਥੋਂ ਦੀਆਂ। ਤੇ ਉਹ ਕਹਿੰਦਾ ਕਮਾਲ ਹੋ ਗਈ। ਹਾਲਾਂਕਿ ਮੈਂ ਪਹਿਲਾਂ ਬੇਨਤੀ ਕੀਤੀ, ਸਾਡਾ ਉਹਦੇ ਨਾਲ ਕੋਈ ਨਾਤਾ ਨਹੀਂਗਾ, ਨਾ ਉਸ ਪਾਸੇ ਇੱਕ ਕਹਾਣੀ ਨੂੰ ਮੈਂ ਬਾਤ ਕੀਤੀ ਗਈ। ਜੇ ਮੰਨਿਆ ਵੀ ਜਾਏ ਕਿ ਉਹ ਜਿਹੜਾ ਸਵਰਗ 'ਚ ਵਿਸ਼ਵਾਸ ਕਰਦਾ ਹੈ, ਬਹਿਸ਼ਤ 'ਚ ਵਿਸ਼ਵਾਸ ਕਰਦਾ, ਕਹਿੰਦੇ ਸਭ ਕੁਝ ਮੁਅੱਸਰ ਹੈ ਇਸ ਤਰੀਕੇ ਨਾਲ। ਤੇ ਬੰਦਾ ਇੱਥੇ ਇਕੱਠਾ ਕਰ ਕਰਕੇ ਰੱਖ ਕੇ ਜੋੜ ਕੇ ਕਲਟਰ ਕਰ ਰਿਹਾ ਸਭ ਚੀਜ਼ਾਂ। ਵੀ ਭਲੇ ਬੰਦੇ ਜੇ ਉੱਥੇ ਜਾ ਕੇ ਸਭ ਕੁਝ ਆਮ ਕਰਕੇ ਮੁਅੱਸਰ ਹੈ, ਤੇ ਫਿਰ ਇੱਥੇ ਇਕੱਠਾ ਨਾ ਕਰ, ਹੰਡਾ ਜੀ ਇਸ ਰੂਪ ਵਿੱਚ ਰਹਿ। ਇਹਨੂੰ ਗੁਜਰਾਨ ਸਮਝ, ਇਹਦੇ ਮਗਰ ਇਹ ਪਾਗਲਪਨ ਨਾ ਲੈ, ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਬਿਆਨ ਕੀਤਾ ਨਾ ਕਿ ਇਹ ਜਿਹੜੀ ਹੈ ਮਨੋਰੰਜਨ ਕੀ ਮਾਇਆ, ਸਰਮਾਇਆ ਬਹੁਤਾ ਬੰਦਾ ਆਪਣੀ ਲੋੜ ਵਾਸਤੇ ਘੱਟ ਇਕੱਠਾ ਕਰਦਾ ਹੈ। ਮਨੋਰੰਜਨ ਆਪਣੇ ਆਪ ਨੂੰ ਇੰਟਰਟੇਨ ਕਰਨ ਵਾਸਤੇ, ਉਹਨੂੰ ਖੁਸ਼ੀ ਮਿਲਦੀ ਇੱਕ ਅਜੀਬ ਤਰ੍ਹਾਂ ਦੀ। ਮੈਂ ਇੰਨਾ ਜੋੜ ਲਿਆ, ਮੈਂ ਇੰਨਾ ਬਣਾ ਲਿਆ, ਮੇਰੇ ਕੋਲ ਇੰਨਾ ਮੌਜੂਦ ਆ। ਗੁਰੂ ਮਹਾਰਾਜ ਜਿੱਥੇ ਬਿਆਨ ਕਰਦੇ ਨੇ, ਉਹ ਭਲੇ ਬੰਦੇ ਰਾਤ ਕਾਰਨ ਤਨ ਸੰਚੀਐ ਪਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ। ਤੈਨੂੰ ਸਮਝ ਹੈ ਇਸ ਚੀਜ਼ ਦੀ ਕਿ ਯੂ ਕੈਨ ਨੋਟ ਟੇਕ ਐਨੀਥਿੰਗ ਵਿਦ ਯੂ ਐਟ ਆਲ। ਅਸੀਂ ਸਾਖੀ ਪੜ੍ਹਦੇ ਹਾਂ, ਦੁਨੀ ਚੰਦ ਵਾਲੀ, ਗੁਰੂ ਨਾਨਕ ਸਾਹਿਬ ਲਾਹੌਰ ਗਏ। ਲਾਹੌਰ ਜਦੋਂ ਬਾਜ਼ਾਰ 'ਚੋਂ ਲੰਘ ਰਹੇ ਤੇ ਇੱਕ ਹੱਟ ਹੈ ਸ਼ਾਹੂਕਾਰ ਦੀ। ਉਸ ਹੱਟ ਦੇ ਉੱਤੇ ਕੁਝ ਝੰਡੇ ਝੁੱਲ ਰਹੇ ਨੇ। ਉਹ ਜਿੰਨੇ ਝੰਡੇ ਝੁੱਲ ਰਹੇ ਨੇ, ਮਤਲਬ ਇੰਨੇ ਲੱਖ ਦਾ ਇਹ ਮਾਲਕ ਹੈ। ਇਹ ਉਹਦਾ ਮਕਸਦ ਇਸ ਤਰੀਕੇ ਨਾਲ ਦੱਸਣਾ ਹੈ ਕਿ ਐਡਾ ਅਮੀਰ ਸ਼ਾਹੂਕਾਰ, ਇਹਦੀਆਂ ਤੁਜਾਂ ਝੁੱਲਦੀਆਂ ਨੇ ਇੰਨੇ ਲੱਖ ਦੀਆਂ। ਖੈਰ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਬਾਤ ਪਾਉਂਦੇ ਅਤੇ ਕਹਿੰਦੇ, ਬਾਬਾ ਤੇਰਾ ਬੜਾ ਧੰਨਵਾਦ, ਮੈਂ ਵੱਧ ਤੋਂ ਵੱਧ ਤਲਵੰਡੀ ਵੇਖ ਰਹਿੰਦਾ ਸੀ, ਉਹ ਤਲਵੰਡੀ ਨੂੰ ਥੋੜ੍ਹਾ ਜਾਣਦਾ ਸੀਗਾ, ਜਾਂ ਤੇਰੇ ਕੋਲ ਸੁਲਤਾਨਪੁਰ ਚਲਾ ਗਿਆ ਅਤੇ ਉਹ ਵੇਖਿਆ, ਅੱਜ ਤੂੰ ਲਾਹੌਰ ਵਿਖਾਇਆ, ਤੇਰੇ ਨਾਲ ਤੇਰਾ ਸਾਥ ਮਿਲਿਆ, ਲਾਹੌਰ ਦੇਖ ਰਿਹਾ ਮੈਂ।
ਲਾਹੌਰ ਦਾ ਹੱਟ ਦੇਖ ਰਿਹਾ ਕਿਸੇ ਵੱਡੇ ਸ਼ਾਹੂਕਾਰ ਦਾ ਆ, ਤੇ ਇਹਦੇ ਬਾਹਰ ਤੁਜਾਂ ਝੁੱਲ ਰਹੀਆਂ ਨੇ ਬੜੀਆਂ ਉੱਚੀਆਂ। ਬਾਬਾ ਇਹ ਤੁਜਾਂ ਕਾਹਦੀਆਂ ਨੇ? ਬਾਬਾ ਨਾਨਕ ਜੀ ਮੁਸਕਰਾ ਕੇ ਕਹਿੰਦੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਤਰੀਕਾ ਸੀਗਾ, ਕਹਿਣ ਲੱਗੇ ਮਰਦਾਨਾ ਜੀ ਤੁਸੀਂ ਮੈਨੂੰ ਪੁੱਛ ਰਹੇ ਹੋ, ਜਿਨ੍ਹਾਂ ਨੇ ਤੁਜਾਂ ਝੁਲਾਈਆਂ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ? ਉਹ ਸ਼ਾਹੂਕਾਰ ਦਾ ਬੰਦਾ ਹੀ ਸਾਹਮਣੇ ਖੜਾ ਹੱਟ ਦੇ ਅੱਗੇ, ਤੇ ਉਹ ਕਹਿੰਦਾ ਜੀ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ, ਇਹ ਤੁਜਾਂ ਦਾ ਮਤਲਬ ਹੈ ਇੰਨੇ ਲੱਖ ਇਹਦੇ ਕੋਲ ਨੇ, ਇੰਨੇ ਲੱਖਾਂ ਦਾ ਮਾਲਕ ਹੈ। ਠੀਕ ਹੈ। ਸ਼ਾਹੂਕਾਰ ਨੂੰ ਅੰਦਰ ਆਵਾਜ਼ ਗਈ, ਕੋਈ ਪਰਦੇਸੀ ਨੇ ਬਾਹਰ ਝਾਤ ਮਾਰਿਆ, ਕੋਈ ਰੱਬੀ ਰੂਹਾਂ ਲੱਗਦੀਆਂ ਨੇ, ਕਿਉਂਕਿ ਧਨ ਧਰਤੀ ਵਿੱਚ ਦੱਬੀ ਹੈ, ਮਸਤਕ ਨਿਸ਼ਾਨ ਹੈ, ਕਹਿੰਦੇ ਮੱਥੇ ਦਾ ਲਲਾਟ ਦੱਸਦਾ ਬੰਦਾ ਕਿਸ ਕਿਸਮ ਦਾ ਆ। ਗੁਰੂ ਨਾਨਕ ਸਾਹਿਬ ਦੀ ਉਸ ਪਾਵਨ ਪਾਕ ਮਡੋਲੀ ਦੇ ਉੱਤੇ ਨਜ਼ਰ ਪਈ, ਇੱਕਦਮ ਗੁਰੂ ਨਾਨਕ ਸਾਹਿਬ ਦਾ ਨੂਰਾਨੀ ਜਿਹੜਾ ਹੈਗਾ ਉਹਨੂੰ ਮੁੱਖ ਦਿਸਿਆ, ਉਹਨੇ ਚੰਨ ਲੱਗਾ ਕੋਈ ਅਲਾਹੀ ਹਸਤੀ ਲੱਗਦੀ ਹੈ। ਆਵਾਜ਼ ਮਾਰੀ ਅੰਦਰ ਆ ਜਾਓ। ਅੰਦਰ ਆਏ, ਗੱਲਬਾਤ ਤੁਰੀ, ਇਹ ਤੁਜਾਂ ਇਹ ਸ਼ਾਹੂਕਾਰ ਆਏ, ਸਭ ਦੋ ਬਿਆਨ ਕਰਨ ਲੱਗਾ, ਕਹਿਣ ਲੱਗਾ ਤੁਹਾਨੂੰ ਪਤਾ ਨਹੀਂ ਮੈਂ ਕਿਸ ਤਰ੍ਹਾਂ ਦਾ ਬੰਦਾ ਆ, ਮੈਂ ਪੈਸੇ ਦਾ ਕਾਰੋਬਾਰ ਕਰਦਾ, ਸਰਮਾਏ ਦਾ, ਬੈਂਕਿੰਗ ਕਹਿ ਲਓ ਜਿਹਨੂੰ ਤੁਸੀਂ, ਮੇਰੀ ਹੁੰਡੀ ਜਿਹਨੂੰ ਅੱਜ ਕੱਲ੍ਹ ਤੁਸੀਂ ਬੈਂਕ ਡਰਾਫਟ ਕਹਿੰਦੇ ਹੋ, ਇੱਥੇ ਮੈਂ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਨੇ, ਉਹਨਾਂ ਨੂੰ ਰੋਕੜ ਚੁੱਕਣ ਦੀ ਲੋੜ ਨਹੀਂ ਹੈ। ਐਕਚੁਅਲੀ ਜਿਹੜੀ ਇਹ ਬੈਂਕਿੰਗ ਅੱਜ ਅਸੀਂ ਦੇਖਦੇ ਹਾਂ, ਰਬੜ ਮਨੀ ਜਾਂ ਡਰਾਫਟਿੰਗ ਜਾਂ ਚੈੱਕ ਕਰਨਾ, ਚੈੱਕ ਸਾਈਨ ਕਰਨੇ ਸਾਰੇ ਦੇ ਸਾਰੇ, ਇਹ ਬੜਾ ਪੁਰਾਣਾ ਟ੍ਰੈਡੀਸ਼ਨਲ ਤਰੀਕਾ ਹੀ ਹੈ। ਸਿਰਫ ਇਹ ਹੈ ਇਹਦਾ ਅੱਜ ਥੋੜ੍ਹਾ ਨਾਮ ਬਦਲ ਗਏ ਨੇ, ਰੂਪ ਬਦਲ ਗਏ ਨੇ। ਯੂਰਪ ਨੇ ਏਸ਼ੀਆ ਤੋਂ, ਮਿਡਲ ਈਸਟ ਤੋਂ, ਅਰੇਬਿਕ ਵਰਲਡ ਤੋਂ ਬਹੁਤ ਕੁਝ ਲਰਨ ਕੀਤਾ। ਇਹ ਉੱਥੇ ਬਹੁਤ ਪੁਰਾਣੀ ਟ੍ਰੈਡੀਸ਼ਨ ਹੁੰਦੀ ਸੀਗੀ ਕਾਰੋਬਾਰ ਕਰਨ ਦੀ, ਸਭ ਚੀਜ਼ਾਂ ਨੂੰ ਕਰਨ ਦੀ। ਬੈਂਕਿੰਗ ਵਿੱਚ ਤੇ ਉਹਨਾਂ ਤੋਂ ਸਿੱਖ ਕੇ ਲੈ ਕੇ ਆਏ ਸਾਰਾ ਕੁਛ ਇੱਧਰ। ਹਾਂ, ਇਹਨਾਂ ਨੇ ਉਸ ਨੂੰ ਤਾਲੀਮ ਦਾ ਹਿੱਸਾ ਬਣਾਇਆ, ਉਹਦੇ 'ਚ ਨਵੀਆਂ ਅਮੈਂਡਮੈਂਟਸ ਕੀਤੀਆਂ, ਉਹਨੂੰ ਇੱਕ ਮਤਲਬ ਇਹ ਨਹੀਂ ਰੱਖਿਆ ਵੀ ਟ੍ਰੈਡੀਸ਼ਨਲ ਐਜੂਕੇਸ਼ਨ ਰੱਖੀ ਜਿਹੜੇ ਇੱਕ ਪਰਿਵਾਰ ਤੱਕ ਸੀਮਤ ਹੋਏ। ਪਰਿਵਾਰ ਦੇ ਮੁਖੀ ਨੂੰ ਪਤਾ ਉਹ ਆਪਣੇ ਰਾਜ਼ ਕਿਸੇ ਨੂੰ ਦੱਸਦਾ ਨਹੀਂਗਾ, ਕਈ ਵਾਰ ਨਾਲ ਮਰ ਜਾਂਦਾ, ਦੱਸਦਾ ਥੋੜ੍ਹੇ ਚੁਣਿੰਦਾ ਲੋਕਾਂ ਦਾ ਕਿ ਨਹੀਂ, ਸਬਜੈਕਟ ਬਣਾਓ, ਸਭ ਨੂੰ ਪੜ੍ਹਾਓ, ਕਾਬਲ ਲੋਕ ਵਿੱਚੋਂ ਕੱਢੋ ਜਿਹੜੇ ਸਮਾਜ ਵਿੱਚ ਭਲਾ ਕਰਨ। ਵੈਸਟਰਨਾਈਜ਼ ਵਰਲਡ ਦਾ ਇਹ ਵੀ ਇੱਕ ਬੈਨੀਫਿਟ ਹੋਇਆ। ਕਲੋਨੀਅਲ ਸਿਸਟਮ ਵਿੱਚੋਂ ਬਹੁਤ ਕੁਝ ਐਸਾ ਨਿਕਲਿਆ ਜਿਹਨੂੰ ਅਸੀਂ ਅੱਜ ਵੀ ਨਖਿੱਧ ਮੰਨਦੇ ਹਾਂ, ਪਰ ਆਹ ਚੀਜ਼ਾਂ ਕਈ ਵਾਰ ਨੇ ਕਲੋਨ ਬਣਾਉਣ ਵਾਸਤੇ ਉਹਨਾਂ ਇੱਕੋ ਜਿਹੇ ਲੋਕ ਸਰਵਿਸ ਸੈਕਟਰ ਦੇ ਵਿੱਚ ਲਿਆਉਣ ਦੇ ਨਾਲ ਦੇ ਹੇਠ ਉਹਨਾਂ ਨੇ ਤਾਲੀਮ ਨੂੰ ਆਮ ਲੋਕਾਂ ਤੱਕ ਮੁਅੱਸਰ ਕੀਤਾ। ਸਿਰਫ ਜਿਹੜੇ ਉਹਨਾਂ ਦੇ ਨੋਵਲ ਲੋਕ ਸੀਗੇ ਉਹਨਾਂ ਤੱਕ ਨਾ ਰੱਖਿਆ, ਬਲਕਿ ਜਿਹੜਾ ਲੇਮੈਨ ਸੀਗੇ, ਜਿਹੜੇ ਲੋਅਰ ਲੈਵਲ 'ਤੇ ਲੋਕ ਸੀਗੇ, ਉਹਨਾਂ ਨੂੰ ਵੀ ਨਾਲ ਜੋੜਿਆ ਉਸ ਰੂਪ ਦੇ ਵਿੱਚ। ਇੰਟਰਸਟ ਉਹਨਾਂ ਦੇ ਆਪਣੇ ਸੀਗੇ ਫੁੱਲਫਿਲ ਕਰਨ ਵਾਸਤੇ, ਪਰ ਲੋਕਾਂ ਵਾਸਤੇ ਇੱਕ ਰਾਹ ਖੁੱਲ੍ਹਿਆ। ਖੈਰ, ਬੇਨਤੀ ਕਰ ਰਿਹਾ ਸੀਗਾ ਕਿ ਉਹਦੇ 'ਚ ਜਦੋਂ ਉਹ ਕਹਿੰਦਾ ਕਿ ਮੈਂ ਸ਼ਾਹੂਕਾਰ ਹਾਂ, ਪੈਸੇ ਦਾ ਕਾਰੋਬਾਰ ਕਰਦਾ ਅਤੇ ਬਹੁਤ ਵੱਡਾ ਹੁੰਡੀਬਾਜ਼ ਹਾਂ, ਮਤਲਬ ਮੇਰੀ ਹੁੰਡੀ ਜਿਹੜੀ ਏ। ਤੁਸੀਂ ਕਿੱਥੇ ਜਾ ਰਹੇ ਹੋ? ਬਾਬਾ ਜੀ ਦੱਸਿਆ ਬੜਾ ਲੰਮਾ ਚੌੜਾ ਪ੍ਰੋਗਰਾਮ ਹੈ, ਬੜੀ ਦੂਰ ਤੱਕ ਜਾਣਾ ਹੈ। ਕਹਿੰਦਾ ਠੀਕ ਹੈ, ਮੈਂ ਜੇ ਕੋਈ ਤੁਹਾਡੇ ਕੋਲ ਦੌਲਤ ਸਰਮਾਇਆ ਕੁਝ ਪੈਸਾ ਹੈ ਇੱਥੇ ਮੇਰੇ ਕੋਲ ਰੱਖ ਦਿਓ, ਮੈਂ ਤੁਹਾਨੂੰ ਹੁੰਡੀ ਕਰ ਦਿੰਦਾ ਵਾ, ਮੀਨ ਡਰਾਫਟ ਬਣਾ ਦੇਣਾ, ਜਿਹੜੇ ਸ਼ਹਿਰ ਦਾ ਕਹੋਗੇ ਉਸ ਸ਼ਹਿਰ ਦਾ ਬਣਾ ਦਿਆਂਗੇ। ਉਸੇ ਸ਼ਹਿਰ ਜਾ ਕੇ ਤੁਸੀਂ ਉਹ ਜਾ ਕੇ ਮੇਰਾ ਪੇਪਰ ਜਮ੍ਹਾਂ ਕਰਾ ਦਿਓ ਕਿਸੇ ਸ਼ਾਹੂਕਾਰ ਕੋਲ, ਉੱਥੋਂ ਤੁਹਾਨੂੰ ਬਦਲੇ 'ਚ ਉਹਨੇ ਪੈਸੇ ਮਿਲ ਜਾਣਗੇ। ਬਾਬਾ ਨਾਨਕ ਜੀ ਹੱਸ ਪਏ, ਕਿਉਂਕਿ ਜਿਵੇਂ ਕਵੀ ਇੰਦਰਜੀਤ ਸਿੰਘ ਤੁਲਸੀ ਲਿਖਦਾ ਨਾ ਵੀ ਪੱਲੇ ਕੁਝ ਨਹੀਂ ਬੰਨ੍ਹਦੇ ਪੰਖੀ ਅਤੇ ਦਰਵੇਸ਼, ਜਿਨ੍ਹਾਂ ਨੂੰ ਤਕਵਾ ਰੱਬ ਤੇ ਤਿੰਨਾਂ ਨੂੰ ਰਿਜ਼ਕ ਹਮੇਸ਼। ਜਿਹੜੇ ਰੱਬ ਦੇ ਭਰੋਸੇ ਨੂੰ ਆਪਣਾ ਖਜ਼ਾਨਾ ਬਣਾ ਲੈਂਦੇ ਨੇ ਉਹ ਕਦੀ ਰਿਜ਼ਕ ਤੋਂ ਵਿਰਵੇ ਨਹੀਂ ਹੁੰਦੇ, ਉਹ ਰਿਜ਼ਕ ਆਫਰੀਨ ਹੁੰਦੇ ਨੇ, ਬਲਕਿ ਆਪ ਹੀ ਕਮਾਉਂਦੇ ਨੇ, ਲੋਕਾਂ ਨੂੰ ਵੰਡਦੇ ਨੇ। ਇਹ ਇੱਕ ਕਰਤਾਰੀ ਜਿਹਨੂੰ ਬਾਣੀ ਨੇ ਕਿਹਾ ਨਾ ਵੀ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ, ਕੋਈ ਕਮੀ ਥੋੜਾ ਉਹਦੇ ਘਰ। ਜਿਹਨੂੰ ਸਾਹਿਬ ਨੇ ਕਿਹਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੇ ਅਗੰਤ ਪਰੇ ਭੰਡਾਰ। ਉਹਦੇ ਘਰ ਦਾਤਾਂ ਤੋਂ ਵੰਡਦਾ ਇੰਤਹਾ ਹੈ, ਕਮੀ ਥੋੜਾ। ਖੈਰ, ਜਿਹੜੀ ਬਾਤ ਹੋਈ, ਬਾਬਾ ਨਾਨਕ ਜੀ ਕਹਿੰਦੇ ਦੁਨੀ ਚੰਦ ਐਸੀ ਕੋਈ ਨਾ ਤੇ ਲੋੜ ਹੈ ਨਾ ਐਸਾ ਕੁਛ, ਅਸੀਂ ਕੁਝ ਇਸ ਕਿਸਮ ਦਾ ਸਰਮਾਇਆ ਨਾਲ ਪੈਕ ਕਰਕੇ ਤੁਰਦੇ ਹਾਂ। ਹਾਂ, ਤੂੰ ਕਿਆ ਆ, ਤੇਰੀ ਬਾਤ ਨੂੰ ਜ਼ਰੂਰ ਪਰਖਦੇ ਹਾਂ। ਮਰਦਾਨਾ ਜੀ ਤੁਹਾਡੇ ਕੋਲ ਕੁਝ ਹੈ? ਉਸਨੇ ਕਿਹਾ ਬਾਬਾ ਜੀ ਕੁਝ ਨਹੀਂ, ਬਸ ਇੱਕ ਸੂਈ ਹੈ। ਹੁਣ ਸੂਈ ਕੀ ਹੈ? ਸਭ ਤੋਂ ਛੋਟੀ ਚੀਜ਼ ਹੈ, ਮਤਲਬ ਸਾਡੀ ਲੋੜ ਦੇ ਵਿੱਚ। ਬਾਬਾ ਨਾਨਕ ਜੀ ਕਹਿੰਦੇ ਜੇ ਕਰ ਸਕਦੇ ਹੋ ਸ਼ਾਹੂਕਾਰ ਜੀ ਤੇ ਫਿਰ ਇਹਦੀ ਹੁੰਡੀ ਕਰ ਦਿਓ। ਉਹਨੇ ਸੋਚਿਆ ਸ਼ਾਇਦ ਫਕੀਰ ਮੈਨੂੰ ਪਰਖ ਰਿਹਾ, ਉਹ ਕਹਿੰਦਾ ਗੱਲ ਹੀ ਕੁਝ ਨਹੀਂ, ਇਹਦੀ ਕਰ ਦਿੰਦੇ ਆ, ਲਿਆਓ। ਉਹਨੇ ਸੂਈ ਫੜੀ,
अपने गले संभाल के रख दी। दवात विचों जिहड़ा कह लो फर्ज नूं असीं कह दिंदे अपनी ट्रेडिशनल लैंगुएज दे विच जिहड़ा खास करके कलम चक्की, कलम चक के एक छोटा जिहा पेपर का टुकड़ा चक्या, उहदे उत्ते हुंडी दे अखर लिखण लगा। कहण लगा जी दसो किस शहर चाहिए तुहानूं, किन्ने समय बाद चाहिए, मैं उस शहर का सिरनावा पा देना, उस शहर के शाहूकार नूं जाके मेरी हुंडी दे आ जे, ड्राफ्ट जमा कराए जे, कैश हो जाएगा। बाबा जी हस के कहिंदे दुनी चंद गल ये है, मैनूं लगदा है मरदाना जी इस दुनिया इस ते नाल काम चला लैणगे इस तो बिना, इस सूई तो बिना। जे मिल जे ते अगले जहान मिल जे, उहदी हुंडी कर दिओ। दुनी चंद ने अपनी कलम वापस रखती, पेपर वापस रखता, कहन लगा फकीरो किहो जिहियां गल्लां करदे हो, ये गल मेरी पल्ले नहीं पै रही। बाबा जी कहन लगे हद हो गई, साडी सूई दी छड्ड तूं, इन्नियां शाहूकारे दियां पड्डां बनी बैठा, इन्ने लखां दियां तुजा चुला रहे हैं, तू किवें लैके जाएगा नाल। कपाट खुल गए अंदर दे, ये संसार गुजरान है, इत्थे कोई पंड बन के नाल लैके नहीं गया। इस करके गुरु महाराज ने बयान किया, समझ के चल, संसार विच रहना है, खाना पीना हसना सब है इत्थे, पर एक जिहड़ी एक जमाखोरी दी एक इंतहा दी एक बिरती बंदे च पई हुई है भी सब कासे दे उत्ते सप की तरह कुंडल मार के बैठ जावां। बाबा जी कहंदे ये जगीरू बिरती जिहड़ी है ये छड्ड दे। इत्थे बचन जिहड़ा आ रहा ना, रात कारण तन संचिया पलके चलन होए, नानक नाल ना चले फिर पछतावा होए, फिर अखीर बंदे दी झोली पछतावा रह जाता। अगले 2 श्लोक ते पौड़ी है जिहदी विचार आउंदे समय च करांगे अज वास्ते, क्योंकि समा समाप्त हो गया है। मैं इत्थे आप जी तो इजाजत चाहांगा। करसानी संघर्ष विच जो माई पाई लगातार जूझ रहे ने भाई, उन्होंने सफलता होए, चढ़ती कला होए, ये दिली अरदास है हमेशा की तरह। अज वास्ते ते समाप्ति कह देना जी। वाहिगुरू जी का खालसा, वाहिगुरू जी की फतेह।